ਹਫ਼ਤੇ ਭਰ ਦੀਆਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਲੈ ਕੇ ਮੈਂ ਬਰੁਣ ਕੌਰ ਮਾਨ ਹਾਜ਼ਰ। ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਅਮਰੀਕਾ 'ਚ ਵੀਜ਼ਾ ਲਈ ਰਜਿਸਟ੍ਰੇਸ਼ਨ 1 ਮਾਰਚ ਤੋਂ ਹੋਈ ਸੀ ਸ਼ੁਰੂ। ਗੈਰ ਕਾਨੂੰਨੀ ਤਰੀਕੇ ਰਾਹੀਂ ਅਮਰੀਕਾ 'ਚ ਦਾਖਲ ਹੋਣ ਮੌਕੇ 2 ਭਾਰਤੀਆਂ ਸਮੇਤ 5 ਵਿਅਕਤੀ ਗ੍ਰਿਫਤਾਰ। ਭਾਰਤ ਅਤੇ ਬ੍ਰਿਟੇਨ ਨੇ ਯੰਗ ਪ੍ਰੋਫੈਸ਼ਨਲ ਸਕੀਮ ਤਹਿਤ ਵੀਜ਼ਾ ਪ੍ਰਕਿਰਿਆ ਕੀਤੀ ਸ਼ੁਰੂ। ਕੈਨੇਡਾ ਨੇ ਵਰਕ ਪਰਮਿਟ ਅਪਲਾਈ ਕਰਨ ਦੀ ਤਾਰੀਖ 'ਚ ਕੀਤਾ ਵਾਧਾ, ਭਾਰਤੀਆਂ ਨੂੰ ਹੋਵੇਗਾ ਫਾਇਦਾ। ਕੈਨੇਡਾ ਮਗਰੋਂ ਹੁਣ ਭਾਰਤੀਆਂ ਨੇ ਦੁਬਈ ਵੱਲ ਕੱਤੀਆਂ ਵਹੀਰਾਂ, ਸੋਨੇ ਤੇ ਸੁਹਾਗਾ ਬਣਿਆ ਗੋਲਡਨ ਵੀਜ਼ਾ। ਨਹੀਂ ਖੁੱਲ ਸਕੇ ਅੰਮ੍ਰਿਤਸਰ ਵਿੱਚ ਦੂਜੇ ਮੁਲਕਾਂ ਦੇ ਕਾਉਂਸਲੇਟ ਤੇ ਵੀਜ਼ਾ ਦਫ਼ਤਰ। ਪਾਕਿਸਤਾਨ ਦਾ ਵੀਜ਼ਾ ਦਫ਼ਤਰ ਖੋਲ੍ਹਣ ਦਾ ਵੀ ਕਈ ਵਾਰ ਕੀਤਾ ਜਾ ਚੁੱਕਿਆ ਐਲਾਨ। ਪ੍ਰਵਾਸੀਆਂ ਨਾਲ ਭਰੀ ਇੱਕ ਹੋਰ ਕਿਸ਼ਤੀ ਹੋਈ ਹਾਦਸਾਗ੍ਰਸਤ, 59 ਲਾਸ਼ਾਂ ਮਿਲੀਆਂ, ਕਈ ਸਨ ਲਾਪਤਾ। ਪਿਛਲੇ 5 ਸਾਲਾਂ ਵਿੱਚ ਹੁਣ ਤੱਕ 159 ਭਾਰਤੀਆਂ ਨੇ ਹਾਸਲ ਕੀਤੀ ਪਾਕਿਸਤਾਨ ਦੀ ਨਾਗਰਿਕਤਾ। ਰੂਸ ਯੂਕਰੇਨ ਜੰਗ ਨੇ ਲਿਥੁਆਨੀਆ 'ਚ ਸ਼ਰਨਾਰਥੀਆਂ ਦੀ ਗਿਣਤੀ ਵਧਾਈ। ਰੂਸੀ ਨਾਗਰਿਕਾਂ ਨੂੰ ਆਉਣ ਤੋਂ ਰੋਕਣ ਲਈ ਫਿਨਲੈਂਡ ਨੇ ਸਰਹੱਦ ਤੇ ਸ਼ੁਰੂ ਕੀਤੀ ਬਾੜਬੰਦੀ। H1B ਵੀਜ਼ਾ ਲਈ ਰਜਿਸਟ੍ਰੇਸ਼ਨ ਬੁੱਧਵਾਰ ਜਾਨੀ 1 ਮਾਰਚ ਤੋਂ ਸ਼ੁਰੂ ਹੋ ਚੁੱਕੀ ਸੀਗੀ ਤੇ 17 ਮਾਰਚ 2023 ਨੂੰ ਖਤਮ ਹੋਣੀ ਹੈ। ਇਸ 17 ਦਿਨਾਂ ਦੀ ਮਿਆਦ ਦੇ ਦੌਰਾਨ ਪਟੀਸ਼ਨਰ ਤੇ ਪ੍ਰਤੀਨਿਧਤ USCIS ਦੀ ਆਨਲਾਈਨ H1B ਰਜਿਸਟ੍ਰੇਸ਼ਨ ਪ੍ਰਣਾਲੀ ਦੀ ਵਰਤੋਂ ਕਰਕੇ ਆਪਣੀ ਰਜਿਸਟ੍ਰੇਸ਼ਨ ਨੂੰ ਪੂਰਾ ਕਰ ਸਕਦੇ ਨੇ ਅਤੇ ਐਪਲੀਕੇਸ਼ਨ ਜਮ੍ਹਾਂ ਕਰ ਸਕਦੇ ਨੇ। USCIS ਨੇ ਕਿਹਾ ਕਿ ਵਿੱਤੀ ਸਾਲ 2024 H1B ਕੈਪ ਲਈ ਜਮ੍ਹਾਂ ਕੀਤੇ ਗਏ ਹਰੇਕ ਰਜਿਸਟ੍ਰੇਸ਼ਨ ਨੂੰ ਇੱਕ ਪੁਸ਼ਟੀਕਰਨ ਨੰਬਰ ਦਿੱਤਾ ਜਾਏਗਾ। ਆਪਣੀ ਰਜਿਸਟ੍ਰੇਸ਼ਨ ਨੂੰ ਟਰੈਕ ਕਰਨ ਦੇ ਲਈ ਨੰਬਰਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਨੰਬਰ ਕੇਵਲ ਰਜਿਸਟ੍ਰੇਸ਼ਨ ਨੂੰ ਟਰੈਕ ਕਰਨ ਲਈ ਵਰਤਿਆ ਜਾਂਦਾ ਹੈ। ਹਾਲਾਂਕਿ ਇਸ ਰਾਹੀਂ ਆਪਣੇ ਕੇਸ ਦੀ ਸਥਿਤੀ ਦੀ ਆਨਲਾਈਨ ਜਾਂਚ ਕੀਤੀ ਜਾ ਸਕਦੀ ਹੈ। ਦੱਸਿਆ ਜਾ ਰਿਹਾ ਕਿ ਆਪਣੇ ਜਾਂ ਕਿਸੇ ਹੋਰ ਨੂੰ ਰਜਿਸਟਰ ਕਰਨ ਦੇ ਲਈ ਮਾਈ USCIS ਆਨਲਾਈਨ ਖਾਤੇ ਦੀ ਵਰਤੋਂ ਕਰਨੀ ਪਏਗੀ ਤੇ ਹਰੇਕ ਰਜਿਸਟ੍ਰੇਸ਼ਨ ਦੇ ਲਈ $10 ਦੀ ਫੀਸ ਅਦਾ ਕਰਨੀ ਪਏਗੀ। ਜੇਕਰ ਤੁਸੀਂ ਇੱਕ ਪ੍ਰਤੀਨਿਧਿਤ ਹੋ ਤਾਂ ਤੁਸੀਂ ਕਿਸੇ ਵੀ ਸਮੇਂ ਆਪਣੇ ਖਾਤਿਆਂ ਵਿੱਚ ਨਵੇਂ ਗਾਹਕਾਂ ਨੂੰ ਸ਼ਾਮਲ ਕਰ ਸਕਦੇ ਹੋ। ਜੇਕਰ ਏਜੰਸੀ 17 ਮਾਰਚ ਤੱਕ ਲੋੜੀਂਦੀਆਂ ਰਜਿਸਟ੍ਰੇਸ਼ਨਸ ਪ੍ਰਾਪਤ ਕਰ ਲੈਂਦੀ ਹੈ ਤਾਂ ਉਹ ਬੇਤਰਤੀਬੇ ਰਜਿਸਟ੍ਰੇਸ਼ਨ ਦੀ ਚੋਣ ਕਰੇਗੀ ਤੇ ਉਪਭੋਗਤਾਵਾਂ ਦੇ ਮਾਈ USCIS ਆਨਲਾਈਨ ਖਾਤਿਆਂ ਰਾਹੀਂ ਚੋਣ ਸੂਚਨਾਵਾਂ ਭੇਜੇਗੀ। ਪਰ ਜੇਕਰ ਲੋੜੀਂਦੀਆਂ ਰਜਿਸਟ੍ਰੇਸ਼ਨਸ ਪ੍ਰਾਪਤ ਨਹੀਂ ਹੁੰਦੀਆਂ ਤਾਂ ਸ਼ੁਰੂਆਤੀ ਰਜਿਸਟ੍ਰੇਸ਼ਨ ਅਵਧੀ ਵਿੱਚ ਸਹੀ ਢੰਗ ਨਾਲ ਜਮ੍ਹਾਂ ਕੀਤੀਆਂ ਸਾਰੀਆਂ ਰਜਿਸਟ੍ਰੇਸ਼ਨਸ ਦੀ ਚੋਣ ਕੀਤੀ ਜਾਏਗੀ। ਖਾਤਾ ਧਾਰਕਾਂ ਨੂੰ 31 ਮਾਰਚ ਤੱਕ ਜਾਣਕਾਰੀ ਜਿਹੜੀ ਹੈ ਉਹ ਮਿਲ ਜਾਏਗੀ। ਅਮਰੀਕੀ ਸਰਹੱਦੀ ਅਧਿਕਾਰੀਆਂ ਨੇ ਕੈਨੇਡਾ ਤੋਂ ਕਿਸ਼ਤੀ ਰਾਹੀਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਦੇਸ਼ ਵਿੱਚ ਦਾਖਲ ਹੋਣ ਦੇ ਦੋਸ਼ ਵਿੱਚ 5 ਵਿਅਕਤੀ ਗ੍ਰਿਫਤਾਰ ਕੀਤੇ ਨੇ, ਜਿਨ੍ਹਾਂ ਵਿੱਚ 2 ਭਾਰਤੀ ਨਾਗਰਿਕ ਸ਼ਾਮਲ ਰਹੇ। US ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਦੁਆਰਾ ਇਸ ਹਫ਼ਤੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਡੇਟਰੋਇਟ ਸੈਕਟਰ ਦੇ US ਬਾਰਡਰ ਪੈਟਰੋਲ ਏਜੰਟਾਂ ਨੇ ਅਮਰੀਕੀ ਰਾਜ ਮਿਸ਼ੀਗਨ ਵਿੱਚ ਅਲਗੋਨਾਕ ਨੇੜੇ ਤਸਕਰੀ ਦੀ ਇੱਕ ਕੋਸ਼ਿਸ਼ ਦੇ ਦੌਰਾਨ 5 ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ। ਬਿਆਨ ਵਿੱਚ ਦੱਸਿਆ ਗਿਆ ਕਿ 20 ਫਰਵਰੀ ਨੂੰ ਦੇਰ ਰਾਤ ਰਿਮੋਟ ਵੀਡੀਓ ਨਿਗਰਾਨੀ ਪ੍ਰਣਾਲੀ ਦੀ ਨਿਗਰਾਨੀ ਕਰ ਰਹੇ ਬਾਰਡਰ ਪੈਟਰੋਲ ਡਿਸਪੈਚਰਾਂ ਨੇ ਸੇਂਟ ਕਲੇਅਰ ਨਦੀ ਤੇ ਇੱਕ ਸਮੁੰਦਰੀ ਜਹਾਜ਼ ਨੂੰ ਇੱਕ ਜਾਣੇ ਪਛਾਣੇ ਤਸਕਰੀ ਮਾਰਗ ਨੇੜੇ ਅੰਤਰਰਾਸ਼ਟਰੀ ਸਰਹੱਦ ਪਾਰ ਕਰਦੇ ਦੇਖਿਆ ਅਤੇ ਤੁਰੰਤ ਖੇਤਰ ਦੇ ਏਜੰਟਾਂ ਨਾਲ ਸੰਪਰਕ ਕੀਤਾ। ਏਜੰਟਾਂ ਨੇ ਖੇਤਰ ਵਿੱਚ ਜਵਾਬ ਦਿੱਤਾ ਤੇ 5 ਲੋਕਾਂ ਨੂੰ ਦੇਖਿਆ ਜੋ ਕਿਸ਼ਤੀ ਜ਼ਰੀਏ ਸਮੁੰਦਰੀ ਕਿਨਾਰੇ ਵੱਲ ਵਧ ਰਹੇ ਸਨ। 5 ਵਿਅਕਤੀਆਂ ਨੇ ਮੰਨਿਆ ਕਿ ਉਹ ਕਿਸ਼ਤੀ ਰਾਹੀਂ ਕੈਨੇਡਾ ਤੋਂ ਸਰਹੱਦ ਪਾਰ ਕਰਕੇ ਆਏ ਸੀ। ਏਜੰਟਾਂ ਨੇ ਦੇਖਿਆ ਕਿ ਠੰਡੇ ਤਾਪਮਾਨ ਕਾਰਨ 2 ਪ੍ਰਵਾਸੀ ਪੂਰੀ ਤਰ੍ਹਾਂ ਭਿੱਜ ਚੁੱਕੇ ਸੀ ਅਤੇ ਕੰਬ ਰਹੇ ਸੀ। ਵਿਅਕਤੀਆਂ ਨੇ ਏਜੰਟਾਂ ਨੂੰ ਦੱਸਿਆ ਕਿ ਉਹ ਕਿਸ਼ਤੀ ਤੋਂ ਬਾਹਰ ਨਿਕਲਦੇ ਸਮੇਂ ਦਰਿਆ ਵਿੱਚ ਡਿੱਗ ਗਏ ਸੀ। ਫਿਰ ਸਾਰੇ 5 ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਕਾਰਵਾਈ ਦੇ ਲਈ ਇੱਕ ਸਥਾਨਕ ਸਟੇਸ਼ਨ ਲਿਜਾਇਆ ਗਿਆ। CBP ਨੇ ਕਿਹਾ ਕਿ ਜਾਂਚ ਦੇ ਪ੍ਰੋਸੈਸਿੰਗ ਪੜਾਅ ਦੇ ਦੌਰਾਨ ਏਜੰਟਾਂ ਨੇ ਭਾਰਤ ਤੋਂ 2 ਨਾਗਰਿਕਾਂ ਦੀ ਪਛਾਣ ਕੀਤੀ ਹੈ ਅਤੇ ਬਾਕੀ ਨਾਈਜੀਰੀਆ, ਮੈਕਸੀਕੋ ਅਤੇ ਡੋਮਿਨਿਕ ਰਿਪਬਲਿਕਨ ਤੋਂ ਸਨ। ਇਨ੍ਹਾਂ ਵਿਅਕਤੀਆਂ ਤੇ ਅਮਰੀਕੀ ਇਮੀਗ੍ਰੇਸ਼ਨ ਦੀ ਉਲੰਘਣਾ ਦੇ ਲਈ ਕਾਰਵਾਈ ਕੀਤੀ ਜਾ ਰਹੀ ਹੈ। ਤਸਕਰ ਨੇ ਆਪਣੀ ਅਪਰਾਧਕ ਗਤੀਵਿਧੀ ਨੂੰ ਲੁਕਾਉਣ ਦੇ ਲਈ ਹਨੇਰੇ ਅਤੇ ਠੰਡ ਤਾਪਮਾਨ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ। ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਮੰਗਲਵਾਰ ਨੂੰ ਨਵੀਂ ਯੰਗ ਪ੍ਰੋਫੈਸ਼ਨਲ ਸਕੀਮ ਤਹਿਤ ਅਪਲਾਈ ਕਰਨ ਵਾਲੇ ਬ੍ਰਿਟੇਨ ਦੇ ਨੌਜਵਾਨਾਂ ਦੇ ਲਈ ਵੀਜ਼ਾ ਅਰਜ਼ੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਨਵੀਂ ਦਿੱਲੀ ਸਥਿਤ ਬ੍ਰਿਟਿਸ਼ ਹਾਈ ਕਮਿਸ਼ਨ ਨੇ ਭਾਰਤੀ ਗ੍ਰੈਜੂਏਟਸ ਦੇ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪਿਛਲੇ ਸਾਲ ਨਵੰਬਰ 'ਚ ਦੋਹਾਂ ਦੇਸ਼ਾਂ ਵਿਚਾਲੇ ਹੋਏ ਸਮਝੌਤੇ ਦੇ ਤਹਿਤ 18 ਤੋਂ 30 ਸਾਲ ਦੀ ਉਮਰ ਦੇ ਭਾਰਤੀ ਅਤੇ ਬ੍ਰਿਟਿਸ਼ ਨਾਗਰਿਕ 2 ਸਾਲ ਤੱਕ ਇੱਕ ਦੂਜੇ ਦੇ ਦੇਸ਼ ਵਿੱਚ ਰਹਿਣ ਅਤੇ
ਕੰਮ ਕਰਨ ਦੇ ਲਈ ਅਪਲਾਈ ਕਰ ਸਕਦੇ ਨੇ। ਸਕੀਮ ਦੇ ਤਹਿਤ ਵੀਜ਼ਾ ਲਈ ਅਰਜ਼ੀ ਦੇਣ ਵਾਲੇ ਬਿਨੇਕਾਰਾਂ ਲਈ ਕੁਝ ਮਾਪਦੰਡ ਨੇ, ਜਿਸ ਵਿੱਚ ਬੈਚਲਰ ਡਿਗਰੀ ਹੋਣਾ ਅਤੇ ਉਹਨਾਂ ਦੇ ਠਹਿਰਨ ਦੇ ਲਈ ਲੋੜੀਂਦੇ ਫੰਡ ਹੋਣਾ ਸ਼ਾਮਲ ਹੈ। ਯੂਕੇ ਵਿੱਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਈਸਵਾਮੀ ਨੇ ਟਵਿੱਟਰ ਦੇ ਇਸ ਸਕੀਮ ਦੀ ਸ਼ੁਰੂਆਤ ਦਾ ਐਲਾਨ ਕੀਤਾ। ਉਹਨਾਂ ਨੇ ਕਿਹਾ ਕਿ ਲਗਭਗ 1 ਮਹੀਨਾ ਪਹਿਲਾਂ ਐਲਾਨੀ ਗਈ ਯੰਗ ਪ੍ਰੋਫੈਸ਼ਨਲ ਸਕੀਮ ਦੇ ਤਹਿਤ ਭਾਰਤ ਅਤੇ ਬ੍ਰਿਟੇਨ ਦੇ ਨੌਜਵਾਨ ਇੱਕ ਵਾਰ 'ਚ 2 ਸਾਲਾਂ ਲਈ ਇੱਕ ਦੂਜੇ ਦੇ ਦੇਸ਼ ਜਾ ਸਕਦੇ ਨੇ। ਉਹਨਾਂ ਨੇ ਕਿਹਾ ਕਿ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਇਹ ਸਕੀਮ 28 ਫਰਵਰੀ ਤੋਂ ਸ਼ੁਰੂ ਹੋਣੀ ਹੈ। ਅਸੀਂ ਇਸ ਨੂੰ ਯੂਕੇ ਆਉਣ ਵਾਲੇ ਭਾਰਤੀਆਂ ਤੇ ਭਾਰਤ ਜਾਣ ਵਾਲੇ ਬ੍ਰਿਟਿਸ਼ ਨਾਗਰਿਕਾਂ ਲਈ ਕ੍ਰਮਵਾਰ ਦਿੱਲੀ ਅਤੇ ਲੰਡਨ ਵਿੱਚ ਇੱਕੋ ਸਮੇਂ ਲਾਂਚ ਕਰਾਂਗੇ। ਭਾਰਤੀ ਹਾਈ ਕਮਿਸ਼ਨ ਦੀ ਵੈਬਸਾਈਟ ਤੇ ਬਿਨੇਕਾਰਾਂ ਦੇ ਵੇਰਵਿਆਂ ਦੇ ਨਾਲ ਸੂਚਨਾ ਨੂੰ ਅਪਡੇਟ ਕੀਤਾ ਗਿਆ ਹੈ ਅਤੇ 720 ਪਾਉਂਡ ਦੀ ਫੀਸ ਰੱਖੀ ਗਈ ਹੈ। ਅਰਜ਼ੀ E1 ਵੀਜ਼ਾ ਤਹਿਤ VFS ਗਲੋਬਲ ਵੀਜ਼ਾ ਸੇਵਾ ਪ੍ਰਦਾਤਾ ਰਾਹੀਂ ਕੀਤੀ ਜਾਣੀ ਹੈ ਔਰ ਹਰੇਕ ਬਿਨੇਕਾਰ ਨੂੰ ਬਿਨੇ ਪੱਤਰ ਜਮ੍ਹਾਂ ਕਰਨ ਦੇ ਸਮੇਂ ਘੱਟੋ-ਘੱਟ 30 ਦਿਨਾਂ ਦੀ ਮਿਆਦ ਦੇ ਲਈ 2,50,000 ਰੁਪਏ ਦੇ ਬਰਾਬਰ ਫੰਡ ਦਿਖਾਉਣ ਦੀ ਲੋੜ ਹੋਣੀ ਹੈ। ਭਾਰਤੀ ਹਾਈ ਕਮਿਸ਼ਨ ਦੀ ਵੈਬਸਾਈਟ ਦੇ ਅਨੁਸਾਰ ਸਫਲ ਬਿਨੇਕਾਰ ਆਪਣੀ ਰਿਹਾਇਸ਼ ਦੇ ਦੌਰਾਨ ਮਨੋਨੀਤ ਖੇਤਰ ਵਿੱਚ ਨੌਕਰੀਆਂ ਲੈ ਕੇ ਆ ਸਕਦੇ ਨੇ ਔਰ ਹਾਲਾਂਕਿ ਰੱਖਿਆ, ਦੂਰਸੰਚਾਰ, ਪੁਲਾੜ, ਟੈਕਨੋਲੋਜੀ, ਰਣਨੀਤਿਕ ਬੁਨਿਆਦੀ ਢਾਂਚਾ, ਨਾਗਰਿਕ ਹਵਾਬਾਜ਼ੀ, ਮਨੁੱਖੀ ਅਧਿਕਾਰ, ਪਰਮਾਣੂ ਊਰਜਾ ਤੇ ਵਾਤਾਵਰਣ ਦੇ ਨਾਲ ਸੰਬੰਧਿਤ ਪ੍ਰੋਜੈਕਟਾਂ ਨੂੰ ਇਸ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ। ਨਵੀਂ ਦਿੱਲੀ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨ 2400 ਵੀਜ਼ੇ ਪਹਿਲੇ ਪੜਾਅ ਵਿੱਚ ਪਰਸਪਰ ਯੋਜਨਾ ਦੇ ਤਹਿਤ ਯੋਗ ਭਾਰਤੀਆਂ ਨੂੰ ਪ੍ਰਦਾਨ ਕਰੇਗਾ। ਇਸ ਦੀ ਪ੍ਰਕਿਰਿਆ ਮੰਗਲਵਾਰ ਦੁਪਹਿਰ ਸ਼ੁਰੂ ਹੋਈ ਅਤੇ 2 ਮਾਰਚ ਤੱਕ ਇਹ ਜਾਰੀ ਰਹੀ ਸੀ। ਇਸ ਪ੍ਰਕਿਰਿਆ ਵਿੱਚ ਸਫਲ ਹੋਣ ਵਾਲੇ ਉਮੀਦਵਾਰ ਅਗਲੇ ਪੜਾਅ ਵਿੱਚ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਵੀਜ਼ਾ ਲਈ ਅਪਲਾਈ ਕਰ ਸਕਦੇ ਸਨ। ਕੈਨੇਡਾ ਦੀ ਟਰੂਡੋ ਸਰਕਾਰ ਵੱਲੋਂ ਵਰਕ ਪਰਮਿਟ ਸੰਬੰਧੀ ਵੱਡਾ ਐਲਾਨ ਕੀਤਾ ਗਿਆ। ਇਸ ਐਲਾਨ ਦੇ ਮੁਤਾਬਕ ਅਸਥਾਈ ਨੀਤੀ ਨੂੰ 2 ਸਾਲਾਂ ਤੱਕ ਵਧਾਉਣ ਦੇ ਨਾਲ ਸੈਲਾਨੀ ਦੇਸ਼ ਵਿੱਚ ਰਹਿੰਦੇ ਹੋਏ ਵਰਕ ਪਰਮਿਟ ਲਈ ਅਰਜ਼ੀ ਦੇਣਾ ਜਾਰੀ ਰੱਖ ਸਕਦੇ ਨੇ। ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰਾਲਾ ਨੇ ਇੱਕ ਮਹੱਤਵਪੂਰਨ ਐਲਾਨ ਕਰਦਿਆਂ ਦੱਸਿਆ ਕਿ ਵਿਦੇਸ਼ਾਂ ਤੋਂ ਕੈਨੇਡਾ 'ਚ ਸੈਰ ਕਰਨ ਜਾਂ ਰਿਸ਼ਤੇਦਾਰਾਂ ਨੂੰ ਮਿਲਣ ਦਾ ਵੀਜ਼ਾ ਲੈ ਕੇ ਪੁੱਜੇ ਲੋਕਾਂ ਲਈ ਵਰਕ ਪਰਮਿਟ ਅਪਲਾਈ ਕਰਨ ਦੀ ਤਾਰੀਖ 2 ਸਾਲਾਂ 'ਚ ਵਾਧਾ ਕਰ ਦਿੱਤਾ ਗਿਆ ਹੈ। ਆਰਜ਼ੀ ਵੀਜ਼ਾ ਧਾਰਕਾਂ ਲਈ ਵਰਕ ਪਰਮਿਟ ਅਪਲਾਈ ਕਰਨ ਦੀ ਜਨਤਕ ਨੀਤੀ ਬੀਤੇ ਦਿਨ ਖਤਮ ਹੋਣੀ ਸੀ, ਪਰ ਇਸ ਦੌਰਾਨ ਮੰਤਰਾਲਾ ਵੱਲੋਂ ਇਸ ਨੂੰ 28 ਫਰਵਰੀ 2025 ਤੱਕ ਹੋਰ ਵਧਾਉਣ ਦਾ ਫੈਸਲਾ ਕੀਤਾ ਗਿਆ। ਵਰਕ ਪਰਮਿਟ ਅਪਲਾਈ ਕਰਨ ਲਈ ਕੈਨੇਡਾ ਸਰਕਾਰ ਤੇ ਮਨਜ਼ੂਰਸ਼ੁਦਾ ਲੇਬਰ ਮਾਰਕੀਟ, ਜਿਸ ਨੂੰ ਜੌਬ ਆਫਰ ਵਜੋਂ ਵੀ ਜਾਣਿਆ ਜਾਂਦਾ ਹੈ, ਦਾ ਹੋਣਾ ਜ਼ਰੂਰੀ ਹੈ ਅਤੇ ਕੈਨੇਡਾ 'ਚ ਦਾਖਲ ਹੋਣ ਸਮੇਂ ਉੱਥੇ ਠਹਿਰਨ ਦਾ ਮਿਲਿਆ ਸਮਾਂ ਖਤਮ ਨਹੀਂ ਹੋਣਾ ਚਾਹੀਦਾ। ਉਹ ਲੋਕ ਜੋ ਪਹਿਲਾਂ ਵਰਕ ਪਰਮਿਟ ਧਾਰਕ ਸਨ ਤੇ ਹੁਣ ਦੁਬਾਰਾ ਆਰਜੀ ਵੀਜ਼ੇ ਨਾਲ ਕੈਨੇਡਾ ਰਹਿ ਰਹੇ ਨੇ ਤਾਂ ਉਹ ਵੀ ਕੈਨੇਡਾ 'ਚ ਰਹਿੰਦੇ ਹੋਏ ਆਪਣੇ ਵਰਕ ਪਰਮਿਟ ਅਪਲਾਈ ਕਰ ਸਕਦੇ ਨੇ। ਵਰਕ ਪਰਮਿਟ ਲੈਣ ਦੇ ਲਈ ਹੁਣ ਕੈਨੇਡਾ ਤੋਂ ਬਾਹਰ ਜਾਣ ਦੀ ਸ਼ਰਤ ਹਟਾ ਦਿੱਤੀ ਗਈ ਹੈ। ਇਸ ਨੀਤੀ ਤਹਿਤ ਅਰਜ਼ੀ ਦੇਣ ਵਾਲੇ ਵਿਜ਼ਿਟਰ ਜਿਨ੍ਹਾਂ ਕੋਲ ਪਿਛਲੇ 12 ਮਹੀਨਿਆਂ ਦੇ ਅੰਦਰ ਵਰਕ ਪਰਮਿਟ ਹੈ, ਉਹ ਵੀ ਆਪਣੇ ਨਵੇਂ ਰੁਜ਼ਗਾਰ ਦਾਤਾ ਲਈ ਹੋਰ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰਨ ਦੇ ਲਈ ਅੰਤਰਮ ਕਾਰਜ ਅਧਿਕਾਰ ਦੀ ਬੇਨਤੀ ਕਰਨ ਦੇ ਯੋਗ ਹੋਣਗੇ। ਇਮੀਗ੍ਰੇਸ਼ਨ ਰਿਫਿਊਜ਼ਸ ਅਤੇ ਸਿਟੀਜ਼ਨਸ਼ਿਪ ਕੈਨੇਡਾ ਨੇ ਕਿਹਾ ਕਿ ਇਸ ਅਸਥਾਈ ਨੀਤੀ ਵਿੱਚ ਵਾਧਾ ਕੈਨੇਡਾ ਵਿੱਚ ਰੁਜ਼ਗਾਰ ਦਾਤਾਵਾਂ ਲਈ ਇੱਕ ਵਿਕਲਪ ਬਣਾਉਂਦਾ ਹੈ, ਕਿਉਂਕਿ ਬਹੁਤ ਸਾਰੇ ਆਰਥਿਕ ਪਸਾਰ ਤੇ ਇਸ ਸਮੇਂ ਦੌਰਾਨ ਮਜ਼ਦੂਰਾਂ ਦੀ ਮਹੱਤਵਪੂਰਨ ਘਾਟ ਦਾ ਸਾਹਮਣਾ ਕਰ ਰਹੇ ਨੇ। ਭਾਰਤੀਆਂ ਦਾ ਕੈਨੇਡਾ ਵਸਣ ਦਾ ਸਿਲਸਿਲਾ ਹੁਣ ਦੁਬਈ ਵੱਲ ਸ਼ਿਫਟ ਹੋ ਰਿਹਾ। ਰੀਸ ਭਾਰਤੀ ਦੁਬਈ ਦੇ ਬਕਾਇਦਾ ਮਕਾਨ ਫਲੈਟ ਖਰੀਦ ਰਹੇ ਨੇ। ਇਸ ਟ੍ਰੈਂਡ ਦਾ ਸਿਰਾ ਮਈ 2019 ਚ ਲਾਗੂ ਸੰਯੁਕਤ ਅਰਬ ਅਮੀਰਾਤ ਦੀ ਗੋਲਡਨ ਵੀਜ਼ਾ ਸਕੀਮ ਨੂੰ ਦਿੱਤਾ ਜਾ ਰਿਹਾ ਹੈ। ਸਾਲ 2022 ਚ ਰੀਸ ਭਾਰਤੀਆਂ ਨੇ ਦੁਬਈ ਚ 35,500 ਕਰੋੜ ਰੁਪਏ ਤੋਂ ਉੱਪਰ ਦੇ ਘਰ ਮਕਾਨ ਖਰੀਦੇ। ਇਹ ਉਸ ਤੋਂ ਪਿਛਲੇ ਸਾਲ 2021 ਤੋਂ ਦੁੱਗਣੀ ਰਕਮ ਹੈ। ਦੁਬਈ ਚ ਘਰ, ਦੁਕਾਨਾਂ ਤੇ ਖਰੀਦਦਾਰਾਂ ਚ 40% ਭਾਰਤ ਤੋਂ ਨੇ, ਜੋ ਵਧੇਰੇ ਪੰਜਾਬ, ਦਿੱਲੀ, NCR, ਹੈਦਰਾਬਾਦ, ਸੂਰਤ ਅਤੇ ਅਹਿਮਦਾਬਾਦ ਸ਼ਹਿਰਾਂ ਤੋਂ ਨੇ। ਬਾਕੀ 40% ਸੰਯੁਕਤ ਅਰਬ ਅਮੀਰਾਤ ਵਿੱਚ ਰਹਿੰਦੇ ਭਾਰਤੀ ਨੇ ਅਤੇ 20% ਦੁਨੀਆ ਦੇ ਦੂਜੇ ਦੇਸ਼ਾਂ 'ਚ ਰਹਿ ਰਹੇ ਭਾਰਤੀ ਨੇ। ਦੁਬਈ 'ਚ ਇੱਕ ਔਸਤ ਫਲੈਟ ਦੀ ਕੀਮਤ 3.6 ਤੋਂ 3.8 ਕਰੋੜ ਰੁਪਏ ਦੇ ਦਰਮਿਆਨ ਹੈ। ਜੇਕਰ ਕਿਰਾਏ ਤੇ ਘਰ ਲਓ ਤਾਂ ਮਾਸਿਕ ਕਿਰਾਇਆ ਲਗਭਗ 3 ਤੋਂ 3.5 ਲੱਖ ਰੁਪਏ ਬੈਠਦਾ ਹੈ। ਕਈ ਭਾਰਤੀ ਕੰਪਨੀਆਂ ਦੇ CEO ਦੁਨੀਆ ਦੇ ਸਾਰੇ ਮੁਲਕਾਂ ਨਾਲੋਂ ਦੁਬਈ ਦੀ ਬਿਹਤਰੀਨ ਕਨੈਕਟੀਵਿਟੀ ਦੇ ਕਾਰਨਾਂ ਕਰਕੇ ਉੱਥੇ ਘਰ ਲੈ ਰਹੇ ਨੇ। ਦੁਬਈ ਦੇ ਇਲਾਵਾ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ, ਗ੍ਰੀਸ, ਸਿੰਗਾਪੁਰ, ਤੁਰਕੀ, ਜਰਮਨੀ, ਸਪੇਨ, ਸਵਿਟਜ਼ਰਲੈਂਡ ਵਗੈਰਾ ਸਮੇਤ ਲਗਭਗ 23 ਦੇਸ਼ਾਂ 'ਚ ਰਲਦੀ ਮਿਲਦੀ ਗੋਲਡਨ ਵੀਜ਼ਾ ਸਕੀਮ ਲਾਗੂ ਹੈ, ਪਰ ਭਾਰਤੀਆਂ ਦਾ ਹਾਲੀਆ ਰੁਝਾਨ ਦੁਬਈ ਵੱਲ ਹੀ ਹੈ। ਅਮੀਰ ਭਾਰਤੀਆਂ 'ਚ ਦੁਬਈ ਬਸਣ ਦੀ ਰਫ਼ਤਾਰ ਇੰਨੀ ਵਧੀ ਹੈ ਕਿ ਬੀਤੇ 2-2.5 ਸਾਲਾਂ ਦੌਰਾਨ ਦੁਬਈ 'ਚ ਭਾਰਤ ਦਾ ਇੱਕ ਨਵਾਂ ਸ਼ਹਿਰ ਬਣ ਗਿਆ ਹੈ।
ਦੁਨੀਆ ਦੇ ਵਧੇਰੇ ਦੇਸ਼ਾਂ ਨੇ ਬਾਹਰੀ ਲੋਕਾਂ ਲਈ ਆਪਣੇ ਦਰਵਾਜ਼ੇ ਬੰਦ ਕਰ ਦਿੱਤੇ ਤਾਂ ਸੰਯੁਕਤ ਅਰਬ ਅਮੀਰਾਤ ਨੇ ਦੌਲਤਮੰਦ ਸਟੂਡੈਂਟਸ, ਡਾਕਟਰਸ ਅਤੇ ਕੁਝ ਹੋਰ ਨੌਕਰੀ ਪੇਸ਼ਾ ਵਿਦੇਸ਼ੀਆਂ ਨੂੰ ਸੱਦਣ ਦੇ ਲਈ ਲਾਲ ਗਲੀਚੇ ਵਿਛਾ ਦਿੱਤੇ। ਲੈਗੋਲੈਂਡ ਅਤੇ ਨਵੇਂ-ਨਵੇਂ ਮਿਊਜ਼ੀਅਮਸ ਮਾਲ ਦਰਮਿਆਨ ਘੱਟ ਦੂਰੀ, ਖੁਸ਼ਨੁਮਾ ਆਬੋ-ਹਵਾ ਅਤੇ ਸੋਮਵਾਰ ਤੋਂ ਸ਼ੁੱਕਰਵਾਰ ਦੇ ਵਰਕ ਕਲਚਰ ਨੇ ਭਾਰਤੀਆਂ ਦੀ ਦੁਬਈ ਖਿੱਚ ਨੂੰ ਹਵਾ ਦਿੱਤੀ ਹੈ। ਇਸ ਤੋਂ ਪਹਿਲਾਂ ਮਈ 2019 ਚ ਦੁਬਈ ਨੇ 골ਡਨ ਵੀਜ਼ਾ ਸਕੀਮ ਲਾਗੂ ਕੀਤੀ ਤਾਂ ਅਗਲੇ 6 ਮਹੀਨਿਆਂ 'ਚ ਲਗਭਗ 2500 ਵਿਦੇਸ਼ੀਆਂ ਨੇ ਇਸ ਨੂੰ ਅਪਣਾ ਲਿਆ। ਅਸਲ 'ਚ 골ਡਨ ਵੀਜ਼ਾ ਪ੍ਰਣਾਲੀ ਲਾਗੂ ਹੋਣ ਨਾਲ 10 ਸਾਲ ਦੀ ਰਿਹਾਇਸ਼ ਅਤੇ ਕਾਰੋਬਾਰੀ ਸਹੂਲਤਾਂ ਤਾਂ ਸੋਨੇ ਤੇ ਸੁਹਾਗਾ ਰਹੀ ਹੈ। ਹਾਲਾਂਕਿ 5 ਸਾਲ ਦਾ 골ਡਨ ਵੀਜ਼ਾ ਵੀ ਬਣਾਇਆ ਜਾ ਸਕਦਾ ਹੈ। ਇਤਿਹਾਸਕ ਸ਼ਹਿਰ ਅੰਮ੍ਰਿਤਸਰ ਸ਼ਹਿਰ 'ਚ ਵੱਖ-ਵੱਖ ਮੁਲਕਾਂ ਦੇ ਕਾਉਂਸਲੇਟ ਆਫਿਸ, ਵੀਜ਼ਾ ਦਫ਼ਤਰ ਅਤੇ ਟੂਰਿਜ਼ਮ ਦਫ਼ਤਰ ਖੁੱਲ੍ਹੇ ਜਾਣ ਦੇ ਕਈ ਵਾਰ ਐਲਾਨ ਕੀਤੇ ਜਾਣ ਦੇ ਬਾਵਜੂਦ ਅਜੇ ਤੱਕ ਜ਼ਮੀਨੀ ਪੱਧਰ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸੇ ਤਰ੍ਹਾਂ ਕੈਨੇਡਾ ਵੱਲੋਂ ਵੀ ਅੰਮ੍ਰਿਤਸਰ ਦੇ ਵਿੱਚ ਡਿਪਟੀ ਹਾਈ ਕਮਿਸ਼ਨ ਖੋਲ੍ਹਣ ਦਾ ਐਲਾਨ ਕੀਤਾ ਗਿਆ ਸੀਗਾ, ਪਰ ਇਹ ਵੀ ਨਹੀਂ ਖੋਲ੍ਹਿਆ ਜਾ ਸਕਿਆ। ਉਕਤ ਦੇ ਇਲਾਵਾ ਯੂਰਪੀ ਦੇਸ਼ ਬੁਲਗਾਰੀਆ ਵੱਲੋਂ ਸਾਲ 2015 'ਚ ਪੱਕੇ ਤੌਰ ਤੇ ਐਲਾਨ ਕੀਤਾ ਗਿਆ ਸੀਗਾ ਕਿ ਉਹ ਅੰਮ੍ਰਿਤਸਰ ਸਮੇਤ ਭਾਰਤ ਦੇ 5 ਸ਼ਹਿਰਾਂ 'ਚ ਆਪਣੇ ਵੀਜ਼ਾ ਦਫ਼ਤਰ ਸਾਲ 2016 ਦੀ ਸਮਾਪਤੀ ਤੋਂ ਪਹਿਲਾਂ ਖੋਲ੍ਹੇਗਾ। ਇਸੇ ਤਰ੍ਹਾਂ ਮਲੇਸ਼ੀਆ ਟੂਰਿਜ਼ਮ ਮੰਤਰਾਲਾ ਵੱਲੋਂ ਵੀ ਸਾਲ 2017 'ਚ ਕੋਲਕਾਤਾ ਤੇ ਅੰਮ੍ਰਿਤਸਰ 'ਚ ਆਪਣੇ ਟੂਰਿਜ਼ਮ ਦਫ਼ਤਰ ਸਥਾਪਿਤ ਕਰਨ ਦਾ ਐਲਾਨ ਕੀਤਾ ਗਿਆ, ਪਰ ਕੋਈ ਕਾਰਵਾਈ ਨਹੀਂ ਹੋਈ। ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬਾਨਾਂ ਤੇ ਪ੍ਰਾਚੀਨ ਮੰਦਰਾਂ ਦੇ ਦਰਸ਼ਨਾਂ ਦੇ ਲਈ ਜਾਣ ਦੇ ਇੱਛੁਕ ਪੰਜਾਬ ਦੇ ਸਿੱਖਾਂ ਤੇ ਹਿੰਦੂਆਂ ਦੀ ਸਹੂਲਤ ਦੇ ਲਈ ਪਾਕਿਸਤਾਨ ਦਾ ਵੀਜ਼ਾ ਦਫ਼ਤਰ ਅੰਮ੍ਰਿਤਸਰ ਖੋਲ੍ਹਣ ਦੇ ਕਈ ਵਾਰ ਐਲਾਨ ਕੀਤੇ ਗਏ ਨੇ। ਜਾਣਕਾਰਾਂ ਦਾ ਮੰਨਣਾ ਹੈ ਕਿ ਅੰਮ੍ਰਿਤਸਰ ਦਾ ਰੁਤਬਾ ਤੇ ਅਹਿਮੀਅਤ ਕਿਸੇ ਸੂਬੇ ਦੀ ਰਾਜਧਾਨੀ ਤੋਂ ਵੀ ਕਿਤੇ ਵੱਧ ਹੈ ਅਤੇ ਜੇਕਰ ਅੰਮ੍ਰਿਤਸਰ ਦੇ ਵਿੱਚ ਉਕਤ ਮੁਲਕਾਂ ਦੇ ਕਾਉਂਸਲੇਟ ਜਾਂ ਵੀਜ਼ਾ ਦਫ਼ਤਰ ਖੋਲ੍ਹੇ ਜਾਂਦੇ ਨੇ ਤਾਂ ਇਸ ਦਾ ਵੱਡਾ ਫਾਇਦਾ ਪੰਜਾਬੀਆਂ ਨੂੰ ਹੋਏਗਾ। ਇਸ ਦੇ ਨਾਲ ਹੀ ਪੰਜਾਬ ਵਾਸੀਆਂ ਨੂੰ ਦਿੱਲੀ ਨਹੀਂ ਜਾਣਾ ਪਏਗਾ। ਇਟਲੀ ਦੇ ਤੱਟ ਤੇ ਇੱਕ ਪ੍ਰਵਾਸੀ ਕਿਸ਼ਤੀ ਹਾਦਸੇ ਦੀ ਸ਼ਿਕਾਰ ਹੋ ਗਈ। ਇਟਲੀ ਦੇ ਕਲਬਾਰੀਆ ਦੇ ਦੱਖਣੀ ਤੱਟ ਤੇ ਇੱਕ ਕਿਸ਼ਤੀ ਨਾਲ ਹਾਦਸਾ ਵਾਪਰਿਆ। ਮਿਲੀ ਜਾਣਕਾਰੀ ਦੇ ਅਨੁਸਾਰ ਕਿਸ਼ਤੀ 170 ਤੋਂ ਵੱਧ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਸੀ ਜਦੋਂ ਐਤਵਾਰ ਨੂੰ ਇਹ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਪਾਕਿਸਤਾਨ ਦੇ ਗ੍ਰਹਿ ਮੰਤਰਾਲਾ ਨੇ ਪਿਛਲੇ 5 ਸਾਲਾਂ ਦੇ ਵਿੱਚ 214 ਵਿਦੇਸ਼ੀਆਂ ਨੂੰ ਪਾਕਿਸਤਾਨੀ ਨਾਗਰਿਕਤਾ ਦਿੱਤੀ ਹੈ। ਦਿਲਚਸਪ ਗੱਲ ਇਹ ਹੈ ਕਿ ਇਹਨਾਂ ਵਿੱਚ 159 ਭਾਰਤੀ ਸਨ। ਰਿਪੋਰਟਾਂ ਵਿੱਚ ਦੱਸਿਆ ਗਿਆ ਹੈ ਕਿ ਗ੍ਰਹਿ ਮੰਤਰਾਲਾ ਨੇ ਇਹਨਾਂ ਲੋਕਾਂ ਨੂੰ ਵਿਆਹ ਅਤੇ ਪਰਿਵਾਰਕ ਸੰਬੰਧਾਂ ਸਮੇਤ ਕਈ ਕਾਰਨਾਂ ਕਰਕੇ ਨਾਗਰਿਕਤਾ ਦਿੱਤੀ ਹੈ। ਅਧਿਕਾਰਤ ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਭਾਰਤ ਤੋਂ ਇਲਾਵਾ ਹੋਰ ਦੇਸ਼ਾਂ ਦੇ 55 ਨਾਗਰਿਕਾਂ ਨੂੰ ਵੀ ਪਾਕਿਸਤਾਨੀ ਨਾਗਰਿਕਤਾ ਦਿੱਤੀ ਗਈ। ਡੇਲੀ ਪਾਕਿਸਤਾਨ ਦੀ ਰਿਪੋਰਟ ਦੇ ਮੁਤਾਬਕ 2019 ਚ 55 ਭਾਰਤੀਆਂ ਨੂੰ, 2018 ਚ 43, 2020 ਅਤੇ 21 ਵਿੱਚ 27 ਅਤੇ 2022 ਵਿੱਚ 18 ਨੂੰ ਪਾਕਿਸਤਾਨੀ ਨਾਗਰਿਕਤਾ ਦਿੱਤੀ ਗਈ। ਰਿਪੋਰਟ ਦੇ ਮੁਤਾਬਕ ਹਜ਼ਾਰਾਂ ਅਰਜ਼ੀਆਂ ਅਜੇ ਵੀ ਮਨਜ਼ੂਰੀ ਲਈ ਸੰਬੰਧਤ ਮੰਤਰਾਲਾ ਦੇ ਕੋਲ ਪੈਂਡਿੰਗ ਨੇ। ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਵਿਦੇਸ਼ੀਆਂ ਨੂੰ ਪਾਕਿਸਤਾਨ 'ਚ ਵਿਆਹ, ਪਰਿਵਾਰਕ ਸੰਬੰਧਾਂ, ਪੇਸ਼ੇ ਜਾਂ ਲੰਬੇ ਸਮੇਂ ਤੱਕ ਰਹਿਣ ਕਾਰਨ ਨਾਗਰਿਕਤਾ ਦਿੱਤੀ ਗਈ ਸੀ। ਰਿਪੋਰਟ ਦੇ ਮੁਤਾਬਕ ਪਾਕਿਸਤਾਨੀ ਅਧਿਕਾਰੀਆਂ ਨੇ ਪਿਛਲੇ 5 ਸਾਲਾਂ 'ਚ 11 ਅਫਗਾਨ ਨਾਗਰਿਕਾਂ ਨੂੰ ਪਾਕਿਸਤਾਨੀ ਨਾਗਰਿਕਤਾ ਦਿੱਤੀ। 2022 ਚ 4, 2021 ਚ 1, 2020 ਚ 3, 2019 ਚ 2 ਅਤੇ 2018 ਚ 1 ਨੂੰ ਨਾਗਰਿਕਤਾ ਦਿੱਤੀ ਗਈ। ਇਸ ਤੋਂ ਇਲਾਵਾ ਪਿਛਲੇ 5 ਸਾਲਾਂ ਵਿੱਚ 3 ਚੀਨੀ ਨਾਗਰਿਕਾਂ ਨੂੰ ਪਾਕਿਸਤਾਨ ਦੀ ਨਾਗਰਿਕਤਾ ਦਿੱਤੀ ਗਈ। ਇੰਨਾ ਨਹੀਂ, ਪਿਛਲੇ 5 ਸਾਲਾਂ ਚ 4 ਬ੍ਰਿਟਿਸ਼, 4 ਬੰਗਲਾਦੇਸ਼ੀ, 3 ਅਮਰੀਕੀ, 2 ਕੈਨੇਡੀਅਨ, 1 ਇਟਾਲੀਅਨ, 1 ਸਵਿਸ ਨਾਗਰਿਕ ਨੂੰ ਪਾਕਿਸਤਾਨੀ ਨਾਗਰਿਕਤਾ ਦਿੱਤੀ ਗਈ। ਇਸ ਸਮੇਂ ਦੌਰਾਨ ਬਰਮਾ, ਫਿਲੀਪੀਨਸ, ਮਾਲਡੋਵਾ, ਕਿਰਗਿਸਤਾਨ, ਨੇਪਾਲ ਆਦਿ ਦੇ 20 ਤੋਂ ਵੱਧ ਨਾਗਰਿਕਾਂ ਨੂੰ ਪਾਕਿਸਤਾਨੀ ਨਾਗਰਿਕਤਾ ਮਿਲੀ। ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਆਰਟੀਆਈ ਕਾਰਕੁਨ ਜਿਸ਼ਾਨ ਹੈਦਰ ਨੇ ਕੇਂਦਰੀ ਗ੍ਰਹਿ ਮੰਤਰਾਲਾ ਵਿੱਚ ਇੱਕ ਆਰਟੀਆਈ ਦਾਇਰ ਕੀਤੀ ਸੀ, ਜਿਸ ਵਿੱਚ ਉਹਨਾਂ ਨੇ ਪਹੁੰਚ ਕੀਤੀ ਸੀਗੀ ਕਿ 2015 ਤੋਂ ਫਰਵਰੀ 2020 ਤੱਕ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਕਿੰਨੇ ਨਾਗਰਿਕਾਂ ਨੇ ਭਾਰਤ ਦੇ ਲਈ ਨਾਗਰਿਕਤਾ ਲਈ ਹੈ। 2022 ਚ ਲੁਥਾਨੀਆ ਵਿੱਚ ਵਸਣ ਵਾਲੇ 3/4 ਵਿਦੇਸ਼ੀ ਸ਼ਰਨਾਰਥੀ ਯੂਕਰੇਨ ਤੋਂ ਭੱਜ ਕੇ ਆਏ ਸਨ। ਅਧਿਕਾਰਕ ਅੰਕੜਿਆਂ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ। ਰਿਪੋਰਟ ਦੇ ਮੁਤਾਬਕ ਅੰਕੜਿਆਂ ਦੇ ਅਨੁਸਾਰ ਰਵਾਇਤੀ ਤੌਰ ਤੇ ਜ਼ਿਆਦਾਤਰ ਲਿਥੁਆਨੀਏ, ਬ੍ਰਿਟੇਨ, ਨਾਰਵੇ ਤੇ ਜਰਮਨੀ ਤੋਂ ਆਉਂਦੇ ਨੇ, ਜੋ ਪਿਛਲੇ ਸਾਲ ਅੰਕੜੇ ਕ੍ਰਮਵਾਰ 5684, 1546 ਅਤੇ 1369 ਸਨ। ਸਰਕਾਰੀ ਅੰਕੜਿਆਂ ਦੇ ਮੁਤਾਬਕ 14352 ਲਿਥੁਆਨੀਆਈ ਲੋਕਾਂ ਨੂੰ ਸਵਦੇਸ਼ ਪਰਤਣਾ ਪਿਆ ਤੇ 12000
13,697 ਦੇਸ਼ ਛੱਡ ਕੇ ਚਲੇ ਗਏ। 2022 ਚ 95,400 ਲੋਕ ਲਿਥੁਆਨੀਆ ਚ ਆ ਕੇ ਵੱਸ ਗਏ ਅਤੇ 23,000 ਲੋਕ ਦੇਸ਼ ਛੱਡ ਕੇ ਚਲੇ ਗਏ। ਸਾਰੇ ਪ੍ਰਵਾਸੀ ਲੋਕਾਂ ਚ 81,000 ਵਿਦੇਸ਼ੀ ਨੇ ਅਤੇ ਉਹਨਾਂ ਚੋਂ 3/4 ਯੂਕਰੇਨ ਦੇ ਸ਼ਰਨਾਰਥੀ ਨੇ। ਅੰਕੜਿਆਂ ਦੇ ਮੁਤਾਬਕ 2022 ਚ ਯੂਕਰੇਨ ਤੋਂ ਭੱਜ ਕੇ ਆਏ 62,000 ਸ਼ਰਨਾਰਥੀਆਂ ਨੂੰ ਰਜਿਸਟਰਡ ਕੀਤਾ ਗਿਆ। 2019 ਚ 24,510 ਲੋਕ ਲਿਥੁਆਨੀਆ ਆਏ ਤੇ 20,412 ਚਲੇ ਗਏ। ਫਿਨਲੈਂਡ ਨੇ ਸੁਰੱਖਿਆ ਵਧਾਉਣ ਦੇ ਲਈ ਰੂਸ ਨਾਲ ਲੱਗਦੀ ਆਪਣੀ ਸਰਹੱਦ ਤੇ 200 ਕਿਲੋਮੀਟਰ ਲੰਬੀ ਵਾੜ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ। ਰੂਸ ਨਾਲ ਫਿਨਲੈਂਡ 1340 ਕਿਲੋਮੀਟਰ ਯੂਰੋਪੀਅਨ ਯੂਨੀਅਨ ਦੀ ਸਭ ਤੋਂ ਲੰਬੀ ਸਰਹੱਦ ਨੂੰ ਸਾਂਝਾ ਕਰਦਾ ਹੈ। ਵਰਤਮਾਨ ਵਿੱਚ ਨਾਰਡਿਕ ਰਾਸ਼ਟਰ ਦੀ ਸਰਹੱਦ ਮੁੱਖ ਤੌਰ ਤੇ ਲੱਕੜ ਦੀ ਵਾੜ ਲਗਾਈ ਗਈ ਹੈ। ਵਾੜ ਕੰਡਿਆਲੀ ਤਾਰ ਨਾਲੋਂ 10 ਫੁੱਟ ਉੱਚੀ ਹੋਏਗੀ। ਜੰਗ ਵਿੱਚ ਯੂਕਰੇਨ ਨਾਲ ਲੜਨ ਦੇ ਲਈ ਰੂਸ ਵੱਲੋਂ ਰਿਜ਼ਰਵ ਫੌਜ ਲਈ ਭਰਤੀ ਸ਼ੁਰੂ ਕਰਨ ਤੋਂ ਬਾਅਦ ਵੱਡੀ ਗਿਣਤੀ 'ਚ ਰੂਸ ਤੇ ਫਿਨਲੈਂਡ ਭੱਜਣਾ ਸ਼ੁਰੂ ਕਰ ਦਿੱਤਾ ਹੈ। ਫਿਨਲੈਂਡ ਨੇ ਰੂਸੀ ਸ਼ਰਨਾਰਥੀਆਂ ਨੂੰ ਆਉਣ ਤੋਂ ਰੋਕਣ ਦੇ ਲਈ ਬਾੜ ਦਾ ਨਿਰਮਾਣ ਫੈਸਲਾ ਲਿਆ। ਇਮਾਤਰਾ 'ਚ 3 ਕਿਲੋਮੀਟਰ ਦਾ ਪਾਇਲਟ ਪ੍ਰੋਜੈਕਟ ਜੂਨ ਦੇ ਅੰਤ ਤੱਕ ਪੂਰਾ ਹੋਣ ਦੀ ਉਮੀਦ ਹੈ। ਇਸ ਸਨ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਕੁਝ ਅਪਡੇਟਸ। ਤੁਸੀਂ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰਨਾ ਜੀ। ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਸ਼ੁਕਰੀਆ। ਸਤਿ ਸ਼੍ਰੀ ਅਕਾਲ।